ਇਹ ਜਿਹੜੇ ਸਵਾਲ ਆਏ ਨੇ ਉਹਨਾਂ ਬਾਰੇ ਆਪਾਂ ਸਾਰੇ ਵਿਚਾਰ ਵਟਾਂਦਰਾ ਸਾਂਝਾ ਕਰੀਏ ਜੀ। ਤੋ ਇਜਾਜ਼ਤ ਹੋਵੇ ਤਾਂ ਸ਼ੁਰੂ ਕਰਦੇ ਹਾਂ ਜੀ। ਹਾਂਜੀ, ਸਭ ਤੋਂ ਪਹਿਲਾਂ ਇਹ ਬੇਨਤੀ ਹੈ ਕਿ ਸਾਹ ਸੁਰਿੰਦਰ ਸਿੰਘ ਜੀ ਨੂੰ ਔਰ ਡਾਕਟਰ ਜਗਜੀਤ ਸਿੰਘ ਜੀ ਜੋ ਸ਼ਿਕਾਗੋ ਤੇ ਨੇ, ਉਹਨਾਂ ਨੇ ਇੱਕ ਸਵਾਲ ਭੇਜਿਆ ਸੀ। ਉਸ ਦਿਨ ਉਹ ਪਿਛਲੇ ਹਫਤੇ ਕਲਾਸ ਦੇ ਵਿੱਚ ਡਿਸਕਸ ਹੋਇਆ ਸੀਗਾ, ਉਹ ਸਵਾਲ ਉਹਨਾਂ ਦਾ ਨੋਟ ਕਰ ਲਿਆ ਗਿਆ ਸੀ। ਸਵਾਲ ਹੈ, ਸ਼ਰਧਾਲੂ ਇੱਕ ਆਸਥਾ ਲੈ ਕੇ ਜਾਂਦਾ ਗੁਰਦੁਆਰਾ ਸਾਹਿਬ, ਮੰਗਣ ਲਈ ਜਾਂਦਾ। ਠੀਕ ਹੈ, ਅਸੀਂ ਭਿਖਾਰੀ ਤੇਰੇ ਤੂਨੇ ਦਾਤਾ, ਇੱਥੇ ਤੱਕ ਠੀਕ ਹੈ। ਉਹਨਾਂ ਨੇ ਜਿਹੜਾ ਕੁਛ, ਹਾਲਾਂਕਿ ਗੱਲ ਬਹੁਤ ਹੀ ਜ਼ਿਆਦਾ ਕਲੀਅਰ ਨਹੀਂ ਸੀ ਹੋਈ, ਪਰ ਉਹਨਾਂ ਨੇ ਰੈਫਰੈਂਸ ਦਿੱਤਾ ਸੀ ਜਿਸ ਤਰ੍ਹਾਂ ਭਗਤ ਧੰਨਾ ਜੀ। ਤਾਂ ਸਵਾਲ ਇਸ ਕਰਕੇ ਨੋਟ ਕੀਤਾ ਗਿਆ ਕਿ ਕਿਤੇ ਐਸੀ ਉਹਨਾਂ ਦੀ ਮਨਸ਼ਾ ਕੀ ਹੈ ਵੀ ਇਹ ਗਲਤ ਨਹੀਂ ਵੀ ਜਿਸ ਤਰ੍ਹਾਂ ਇੱਕ ਪ੍ਰਚਲਿਤ ਹੈ ਕਿ ਭਗਤ ਜੀ ਨੇ ਕਿਸ ਤਰ੍ਹਾਂ ਰੱਬ ਨੂੰ ਪਾਇਆ। ਤੋ ਇਹ ਜਿਹੜੀ ਆਸਥਾ ਵੱਲ ਗਏ ਲਈ ਸ਼ਰਧਾਲੂ ਆਸਥਾ ਲੈ ਕੇ ਜਾਂਦਾ, ਇਹਦੇ ਬਾਰੇ ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਤੁਹਾਨੂੰ ਇੱਕ ਆਪਣੇ ਹਿਸਾਬ ਦੇ ਨਾਲ ਇਹ ਪੂਰੀ ਵਿਸਥਾਰ ਸਹਿਤ ਚਾਨਣਾ ਪਾਉਂਗੇ ਜੀ। ਪ੍ਰਿੰਸੀਪਲ ਸੁਰਿੰਦਰ ਸਿੰਘ। ਕਲਾਸ ਵਿੱਚ ਸ਼ਾਮਲ ਸਾਰੇ ਹੀ ਸਤਿਕਾਰਯੋਗ ਵੀਰਾਂ ਭੈਣਾਂ ਨੂੰ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਰਧਾਲੂ ਆਸਥਾ ਲੈ ਕੇ ਇੱਕ ਮੰਗਤੇ ਵਾਂਗ ਗੁਰਦੁਆਰੇ ਵਿੱਚ ਜਾਂਦਾ ਹੈ। ਜਿਵੇਂ ਭਗਤ ਧੰਨਾ ਜੀ ਅੱਗੇ ਉਹਨਾਂ ਨੇ ਸਵਾਲ ਦੇ ਅੱਗੇ ਡੈਸ਼ ਲਾ ਦਿੱਤਾ ਸੀ, ਉਹ ਵੀਰ ਰਾਜਾ ਸਿੰਘ ਜੀ ਨੇ ਸਾਰੀ ਗੱਲ ਸਪਸ਼ਟ ਕਰ ਦਿੱਤੀ ਹੈ। ਪਰ ਇਹਨਾਂ ਨੇ ਬਿਲਕੁਲ ਠੀਕ ਕਿਹਾ ਹੈ ਕਿ ਪਹਿਲੀ ਗੱਲ ਬਿਲਕੁਲ ਠੀਕ ਹੈ, ਸਿੱਖ ਜਾਂ ਸ਼ਰਧਾਲੂ ਜਦੋਂ ਵੀ ਗੁਰਦੁਆਰੇ ਦੇ ਵਿੱਚ ਜਾਂਦਾ ਹੈ, ਉਹ ਦਾਤਾ ਬਣ ਕੇ ਨਹੀਂ ਬਲਕਿ ਮੰਗਤਾ ਬਣ ਕੇ ਉਹ ਗੁਰਦੁਆਰੇ ਦੇ ਵਿੱਚ ਦਾਖਲ ਹੁੰਦਾ ਹੈ। ਵੈਸੇ ਵੀ ਗੁਰੂ ਪਾਤਸ਼ਾਹ ਦਾ ਇਹ ਫਰਮਾਨ ਹੈ ਕਿ ਜਾਚਕ ਅਨੇਕ ਸੋ ਏਕ ਦਵਈਆ, ਮੰਗਣ ਵਾਲੇ ਅਨੇਕਾਂ ਹਨ। ਇਸ ਗੱਲ ਨੂੰ ਹੋਰ ਸਪਸ਼ਟ ਕਰਦਿਆਂ ਹੋਇਆਂ ਗੁਰੂ ਨਾਨਕ ਪਾਤਸ਼ਾਹ ਦਾ ਇੱਕ ਸ਼ਲੋਕ 1242 ਪੰਨੇ ਤੇ ਦਰਜ ਹੈ, ਜਿਹਦੀਆਂ ਤੁਕਾਂ ਅੰਤਲੀਆਂ ਵਿੱਚ ਸੱਚੇ ਪਾਤਸ਼ਾਹ ਕਹਿੰਦੇ ਨੇ, ਇੱਕ ਦਾਤਾ ਸਭ ਮੰਗਤੇ ਫਿਰ ਦੇਖੇ ਆਕਾਰ, ਨਾਨਕ ਐਵੇਂ ਜਾਣੀਏ ਜੀਵੈ ਦੇਵਨਹਾਰ। ਜਾਂ ਦੱਦਾ ਦਾਤਾ ਇਹ ਹੈ ਸਭ ਕੋ ਦੇਵਨਹਾਰ, ਜਿੰਦੇ ਟੁੱਟ ਨਾ ਆਵੇ ਅਗਨ ਭਰੇ ਭੰਡਾਰੀ। ਤਾਤਕ ਸੈਂਕੜੇ ਤੁਕਾਂ ਐਸੀਆਂ ਮਿਲਣਗੀਆਂ ਕਿ ਦਾਤਾ ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਹੈ, ਤੇ ਬਾਕੀ ਮੰਗਣ ਵਾਲੇ ਸਾਰੇ ਹੀ ਗੁਰੂ ਦਰ ਤੇ ਆਉਣ ਵਾਲੇ, ਉਹਨਾਂ ਨੂੰ ਇਸੇ ਨਿਮਰਤਾ ਪਿਆਰ ਸਤਿਕਾਰ ਦੇ ਨਾਲ ਗੁਰਦੁਆਰੇ ਵਿੱਚ ਪ੍ਰਵੇਸ਼ ਕਰਨਾ ਚਾਹੀਦਾ ਹੈ। ਜਿੱਥੋਂ ਤੱਕ ਭਗਤ ਧੰਨਾ ਜੀ ਦੀ ਗੱਲ ਹੈ, ਉਹਨਾਂ ਦਾ ਇਸ਼ਾਰਾ ਸੀ ਡਾਕਟਰ ਸਾਹਿਬ ਦਾ ਕਿ ਜਿਵੇਂ ਭਗਤ ਧੰਨਾ ਜੀ, ਮੈਨੂੰ ਲੱਗਦਾ ਹੈ ਭਗਤ ਧੰਨਾ ਜੀ ਦੀ ਆਮ ਤੌਰ ਤੇ ਗੱਲ ਇਹੀ ਲਈ ਜਾਂਦੀ ਹੈ ਕਿ ਉਹਨਾਂ ਨੇ ਪੱਥਰ ਦੇ ਵਿੱਚੋਂ ਰੱਬ ਨੂੰ ਸ਼ਰਧਾ ਦੇ ਨਾਲ ਪ੍ਰਾਪਤ ਕਰ ਲਿਆ। ਪਰ ਜਦੋਂ ਇਸ ਸਾਖੀ ਦੀ ਪੜਤਾਲ, ਇਸ ਸਾਖੀ ਨੂੰ ਗੁਰਬਾਣੀ ਦੀ ਕਸਵੱਟੀ ਤੇ ਲਾ ਕੇ ਅਸੀਂ ਵਿਚਾਰ ਕਰਦੇ ਹਾਂ, ਤਾਂ ਪਹਿਲਾਂ ਤਾਂ ਭਗਤ ਧੰਨਾ ਜੀ ਦੇ ਆਪਣੀ ਪਾਵਨ ਬਾਣੀ ਦੇ 3 ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਦਰਜ ਹਨ, ਜਿਹਦੇ ਵਿੱਚੋਂ ਭਰਮੰਤ ਫਿਰਤ ਬੋ ਜਨਮ ਬਿਲਾਨੇ। ਇਸ ਸ਼ਬਦ ਦੀਆਂ ਅੰਤਲੀਆਂ ਤੁਕਾਂ ਵਿੱਚ ਭਗਤ ਧੰਨਾ ਜੀ ਆਪ ਹੀ ਕਹਿੰਦੇ ਨੇ, ਜੋਤ ਸਮਾਏ ਸਮਾਨੀ ਜਾਕੈ, ਅਛੜੀ ਪ੍ਰਭ ਪਹਿਚਾਨਿਆ, ਧੰਨਾ ਧਨ ਪਾਇਆ ਧਰਨੀ ਤਰ, ਮਿਲ ਜਨ ਸੰਤ ਸਮਾਲਿਆ। ਭਗਤ ਧੰਨਾ ਜੀ ਆਪ ਐਲਾਨ ਕਰਦੇ ਨੇ ਕਿ ਮੈਂ ਭਲੇ ਪੁਰਸ਼ਾਂ ਦੀ ਸੰਗਤ ਵਿੱਚ ਜਾ ਕੇ ਉਸ ਪਰਿਪੂਰਨ ਪਰਮਾਤਮਾ ਵਾਹਿਗੁਰੂ ਜੀ ਦੀ ਪ੍ਰਾਪਤੀ ਕੀਤੀ ਹੈ। ਤੇ ਇਸੇ ਗੱਲ ਦੀ ਪ੍ਰੋੜਤਾ ਕਰਦੇ ਹੋਏ, ਕਿਉਂਕਿ ਇਹ ਸਾਖੀ ਕਿਉਂ ਲੱਗਦਾ ਹੈ, ਗੁਰੂ ਅਰਜਨ ਦੇਵ ਜੀ ਮਹਾਰਾਜ ਵੱਲੋਂ ਦੇ ਸਮੇਂ ਵਿਰੋਧੀਆਂ ਵੱਲੋਂ ਭਗਤ ਧੰਨਾ ਜੀ ਬਾਰੇ ਲਿਖ ਕੇ ਇਹ ਪ੍ਰਚਲਿਤ ਕਰ ਦਿੱਤੀ ਗਈ ਸੀ। ਸ਼ਾਇਦ ਇਸੇ ਹੀ ਸਾਖੀ ਦੇ ਖੰਡਨ ਦੇ ਲਈ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇੱਕ ਸ਼ਬਦ ਸਪੈਸ਼ਲ ਉਚਾਰਨ ਕੀਤਾ, ਜੋ ਭਗਤ ਧੰਨਾ ਜੀ ਦੇ ਸ਼ਬਦ ਦੇ ਨਾਲ ਹੀ ਦਰਜ ਕੀਤਾ ਗਿਆ ਹੈ। ਉਹ ਸ਼ਬਦ ਬੜਾ ਮਸ਼ਹੂਰ, ਆਮ ਅਸੀਂ ਗੁਰਪੁਰਬਾਂ ਤੇ ਵੀ ਕੀਰਤਨ ਵੀ ਕਰਦੇ ਹਾਂ ਤੇ ਹਰ ਜਗ੍ਹਾ ਉਹਦੇ ਪ੍ਰਮਾਣ ਵੀ ਦਿੰਦੇ ਹਾਂ। ਗੁਰੂ ਅਰਜਨ ਪਾਤਸ਼ਾਹ ਦਾ ਉਹ ਸ਼ਬਦ, ਗੋਬਿੰਦ 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 ਸੰਗ, ਨਾਮ ਦਿਓ ਮਨ ਲੀਣਾ, ਆੜ ਦਾਮ ਕੋ ਸ਼ੀਪਰੋ ਹੋਇਓ ਲਾਖੀਣਾ। 5 ਸ਼ਬਦਾਂ ਦਾ ਇਹਦੇ ਵਿੱਚ ਜ਼ਿਕਰ ਕੀਤਾ ਹੈ ਗੁਰੂ ਅਰਜਨ ਪਾਤਸ਼ਾਹ ਨੇ। ਬੁਣਨਾ ਤਨਨਾ ਤਿਆਗ ਕੈ, ਪ੍ਰੀਤ ਚਰਨ ਕਬੀਰਾ, ਨੀਚ ਕੁੱਲਾ ਜੋਲਾਰਾ, ਭਇਓ ਗੁਣੀ ਗਹੀਰਾ,
ਫਿਰ ਰਵਿਦਾਸ ਢਵੰਦਾ ਢੋਰ ਨੀਤ, ਤਿਨ ਤਿਆਗੀ ਮਾਇਆ, ਪ੍ਰਗਟ ਹੋਵਾ ਸਾਧ ਸੰਗ ਹਰ ਦਰਸ਼ਨ ਪਾਇਆ। ਸੈਨ ਨਾਈ ਬੁਤਕਾਰੀਆ, ਉਹ ਘਰ ਘਰ ਸੁਣਿਆ, ਹਿਰਦੈ ਵਸਿਆ ਪਾਰ ਬ੍ਰਹਮ, ਭਗਤਾਂ ਮੈਂ ਗਣਿਆ। ਇਹਨਾਂ 5 ਭਗਤਾਂ ਦਾ ਜ਼ਿਕਰ ਕਰਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਅੰਤ ਆਪਣਾ ਨਿਰਣਾ ਦੇ ਦਿੱਤਾ ਕਿ ਇਹ ਵਿਦ ਸੁਣ ਕੇ ਜਾਟਰੋ ਉਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ। ਜਦੋਂ ਇਹਨਾਂ ਭਗਤ ਮਹਾਂਪੁਰਸ਼ਾਂ ਦੀ ਜੀਵਨ ਜਾਚ, ਉਹਨਾਂ ਦੀ ਬਾਣੀ, ਉਹਨਾਂ ਦੀ ਵਿਚਾਰਧਾਰਾ ਭਗਤ ਧੰਨਾ ਜੀ ਨੇ ਪੜ੍ਹੀ ਤੇ ਸੁਣੀ, ਤੇ ਉਹਨਾਂ ਦੇ ਮਨ ਵਿੱਚ ਵੀ ਇਹ ਚਾਉ ਪੈਦਾ ਹੋਇਆ, ਤੇ ਇਸੇ ਵਿਧੀ ਦੇ ਮੁਤਾਬਕ, ਉਹ ਪ੍ਰੇਮਾ ਭਗਤੀ ਦੇ ਮੁਤਾਬਕ ਭਗਤ ਧੰਨਾ ਜੀ ਨੂੰ ਵੀ ਜੋ ਹੈ ਉਹ ਭਗਤੀ ਦਾ ਰੰਗ ਲੱਗ ਗਿਆ। ਇਹ ਵੀ ਸੁਣ ਕੇ ਜਾਟਰੋ ਉਠ ਭਗਤੀ ਲਾਗਾ। ਫਿਰ ਕੀ ਹੋਇਆ? ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ। ਇਹ ਪ੍ਰਗਟ ਰੂਪ ਦੇ ਵਿੱਚ ਪਰਮਾਤਮਾ ਵਾਹਿਗੁਰੂ ਜੀ ਦੇ ਦਰਸ਼ਨ ਉਹਨਾਂ ਨੇ ਸਾਧ ਸੰਗਤ ਵਿੱਚ ਜਾ ਕੇ ਗੁਰੂ ਦੱਸੀ ਜੀਵਨ ਜੁਗਤ ਦੇ ਅਨੁਸਾਰ ਆਪਣਾ ਜੀਵਨ ਬਣਾ ਕੇ ਪ੍ਰਤੱਖ ਪਾਰਬ੍ਰਹਮ ਪਰਮੇਸ਼ਰ ਵਾਹਿਗੁਰੂ ਜੀ ਦੇ ਦਰਸ਼ਨ ਕਰ ਲਏ। ਸੋ ਇਸ ਸਾਖੀ ਦਾ ਜਿਹੜਾ ਖੰਡਨ ਹੈ ਉਹ ਇਸੇ ਹੀ ਸ਼ਬਦ ਦੇ ਦੁਆਰਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪ ਕਰ ਦਿੱਤਾ ਸੀ। ਜੇ ਭਗਤ ਧੰਨਾ ਜੀ ਕਿਤੇ ਪੱਥਰ ਪੂਜਕ ਹੁੰਦੇ, ਪੱਥਰਾਂ ਦੀ ਪੂਜਾ ਵਿੱਚ ਵਿਸ਼ਵਾਸ ਰੱਖਦੇ ਹੁੰਦੇ, ਤਾਂ ਉਹਨਾਂ ਦੀ ਬਾਣੀ ਗੁਰਬਾਣੀ ਦੀ ਕਸਵੱਟੀ ਤੇ ਪੂਰੀ ਨਹੀਂ ਸੀ ਹੋਣੀ। ਕਿਉਂਕਿ ਗੁਰੂ ਨਾਨਕ ਪਾਤਸ਼ਾਹ ਨੇ ਜਦੋਂ 15 ਭਗਤਾਂ ਦੀ ਬਾਣੀ ਆਪਣੀ ਪਹਿਲੀ ਉਦਾਸੀ ਦੇ ਵਿੱਚ ਇਕੱਤਰ ਕੀਤੀ, ਤੇ ਉਸ ਵਕਤ ਗੁਰੂ ਪਾਤਸ਼ਾਹ ਨੇ ਹਰੇਕ ਮਹਾਂਪੁਰਸ਼ ਦੀ ਬਾਣੀ ਨੂੰ ਗੁਰਮਤਿ ਦੀ ਕਸਵੱਟੀ, ਜੋ ਕਿ ਉਹਨਾਂ ਨੇ ਆਪ ਹੀ ਆਪਣੀ ਪਾਵਨ ਬਾਣੀ ਵਿੱਚ ਬਿਆਨ ਕੀਤੀ ਹੈ, ਤੇ ਦੂਜੇ ਨੰਬਰ ਤੇ ਇੱਕਾ ਬਾਣੀ, ਇੱਕ ਗੁਰ, ਇੱਕੋ ਸ਼ਬਦ ਵਿਚਾਰ, ਇਹ ਸਾਰੇ ਮਹਾਂਪੁਰਸ਼ਾਂ ਦੀ ਇੱਕੋ ਬਾਣੀ ਹੈ, ਇੱਕੋ ਹੀ ਸ਼ਬਦ ਗੁਰੂ ਦੀ ਕਸਵੱਟੀ ਤੇ ਪੂਰੀ ਉਤਰਦੀ, ਤੇ ਸਾਰਿਆਂ ਦੀ ਵਿਚਾਰਧਾਰਾ ਇੱਕ ਹੋਣ ਕਰਕੇ ਹੀ ਉਹ 35 ਦੇ 35 ਮਹਾਂਪੁਰਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਦਰਜ ਹੋ ਸਕੇ। ਵੈਸੇ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਵੀ ਭਗਤ ਧੰਨਾ ਜੀ ਦੀ ਬਾਣੀ ਆਪ, ਉਹਨਾਂ ਦੇ 3 ਸ਼ਬਦ ਪਿੰਡ ਦਿਓਲੀ ਛਾਉਣੀ ਜੈਪੁਰ ਦੇ 20 ਕਿਲੋਮੀਟਰ ਦੂਰ ਪਿੰਡ ਹੈ, ਜਿੱਥੋਂ ਜਾ ਕੇ ਆਪ ਪ੍ਰਾਪਤ ਕੀਤੇ ਸੀ। ਤੇ ਗੁਰੂ ਨਾਨਕ ਪਾਤਸ਼ਾਹ ਦੇ ਜਦੋਂ ਪਾਵਨ ਵਿਚਾਰ ਪੱਥਰ ਪੂਜਾ ਬਾਰੇ ਜਾਂ ਮੂਰਤੀ ਪੂਜਾ ਬਾਰੇ ਪੜ੍ਹੀਏ ਤਾਂ ਇਹ ਪਤਾ ਲੱਗ ਜਾਂਦਾ ਭਲੀ ਪ੍ਰਕਾਰ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੀ ਪਾਵਨ ਬਾਣੀ ਦੇ ਵਿੱਚ ਪੱਥਰ ਪੂਜਾ ਦੀ ਘੋਰ ਖੰਡਨ ਕੀਤਾ ਹੈ। ਜਿਵੇਂ ਗੁਰੂ ਨਾਨਕ ਪਾਤਸ਼ਾਹ ਦਾ ਇਹ ਸ਼ਬਦ ਹੈ, ਕਰ ਨਾਰਾਇਣ ਸਭਾ ਨਾਲ, ਪੂਜ ਕਰੇ ਰੱਖੇ ਨਾਵਾਲ, ਕੁੰਗੂ ਚੰਨਨ ਫੁੱਲ ਚੜਾਏ, ਪੈਰੀ ਪੈ ਪੈ ਬਹੁਤ ਮਨਾਏ, ਮਨੁਆ ਮੰਗ ਮੰਗ ਪਹਿਨੇ ਖਾਏ, ਅੰਧੀ ਕੰਮੀ ਅੰਧ ਸਜਾਏ, ਭੁੱਖਿਆਂ ਦੇ ਨਾ ਮਰਦਿਆਂ ਰੱਖੈ, ਅੰਧਾ ਝਗੜਾ ਅੰਧੀ ਸੱਤੈ। ਗੁਰੂ ਨਾਨਕ ਪਾਤਸ਼ਾਹ ਨੇ ਮੂਰਤੀ ਪੂਜਾ ਅਤੇ ਪੱਥਰ ਦੀ ਪੂਜਾ ਦਾ ਭਰਪੂਰ ਖੰਡਨ ਇਸ ਸ਼ਬਦ ਦੇ ਵਿੱਚ ਕੀਤਾ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਆਪਣੀ ਪਾਵਨ ਬਾਣੀ, ਜਿਨ੍ਹਾਂ ਨੇ ਭਗਤ ਧੰਨਾ ਜੀ ਦੀ ਸਾਰੇ ਮਹਾਂਪੁਰਸ਼ਾਂ ਦੀ ਬਾਣੀ ਇੱਕ ਜਗ੍ਹਾ ਇਕੱਤਰ ਕੀਤੀ, ਗੁਰੂ ਪਾਤਸ਼ਾਹ ਵੀ ਪੱਥਰ ਪੂਜਾ ਦਾ ਵਿਰੋਧ ਕਰਦੇ ਹੋਏ ਲਿਖਦੇ ਹਨ, ਘਰ ਮੈਂ ਠਾਕੁਰ ਨਜ਼ਰ ਨਾ ਆਵੇ, ਗਲ ਮੈਂ ਪਾਹਨ ਲੈ ਲਟਕਾਵੇ, ਪਰ ਮੈਂ ਭੂਲਾ ਸਾਖਤ ਫਿਰਤਾ, ਨੀਰ ਵਿਰੋਲੇ ਖਪ ਖਪ ਮਰਤਾ, ਰਹਾਓ जिस पान को ठाकुर कहता, वो पाहन ले उसको डुबता, गुनाहगार लूण हरामी, पाहन नाव ना पारग्रामी। ये पत्थर की बेड़ी ते चढ़ के दरिया ਦਾ ਪਾਰ ਨਹੀਂ ਕੀਤਾ ਜਾ ਸਕਦਾ, ਇਸੇ ਤਰ੍ਹਾਂ ਸੰਸਾਰ ਸਾਗਰ ਤੋਂ ਪਾਰ ਕਰਨ ਲਈ, ਸੰਸਾਰ ਸਾਗਰ ਨੂੰ ਪਾਰ ਕਰਨ ਲਈ ਵਹਿਮਾਂ ਭਰਮਾਂ ਪਖੰਡਾਂ ਮੂਰਤੀ ਪੂਜਾ ਕਰਮ ਕਾਂਡਾਂ ਦਾ ਸਹਾਰਾ ਲੈਣਾ ਜਿਹੜਾ ਹੈ ਉਹ ਉਵੇਂ ਹੀ ਹੈ ਜਿਵੇਂ ਪੱਥਰ ਦੀ ਬੇੜੀ ਬਣਾ ਕੇ ਕੋਈ ਸੰਸਾਰ ਦਰਿਆ ਤੋਂ ਪਾਰ ਹੋਣਾ ਚਾਹੇ। ਇਸ ਲਈ ਗੁਰਬਾਣੀ ਦੇ ਵਿੱਚ ਠੋਕ ਵਜਾ ਕੇ ਬੜੀ ਸਖਤੀ ਦੇ ਨਾਲ ਮੂਰਤੀ ਪੂਜਾ ਜਾਂ ਪੱਥਰ ਪੂਜਾ ਦਾ ਵਿਰੋਧ ਕੀਤਾ ਗਿਆ। ਜਿਵੇਂ ਗੁਰੂ ਪਾਤਸ਼ਾਹ ਦੇ ਪਾਵਨ ਬਚਨ ਹਨ ਬਾਬਾ ਕਬੀਰ ਜੀ ਦੇ ਇੱਕ ਸ਼ਬਦ ਦੇ ਨਾਲ ਹੀ ਕਿ ਇਹ ਬਾਬਾ ਨਾਮਦੇਵ ਜੀ ਦਾ ਪ੍ਰਮਾਣ, ਇੱਕੇ ਪਾਥਰ ਕੀਜੇ ਭਾਓ, ਦੂਜੇ ਪਾਥਰ ਧਰੀਏ ਪਾਓ, ਜੇ ਉਹ ਦਿਓ ਤਾਂ ਉਹ ਵੀ ਦੇਵਾ, ਕਹਿਤ ਨਾਮ ਦਿਓ ਹਮ ਹਰ ਕੀ ਸੇਵਾ। ਦਸ਼ਮੇਸ਼ ਪਿਤਾ ਜੀ ਜਿਨ੍ਹਾਂ ਨੇ ਗੁਰਗੱਦੀ ਦਿੱਤੀ ਭਗਤ ਧੰਨਾ ਜੀ ਦੀ ਬਾਣੀ ਨੂੰ, ਬਾਕੀ ਮਹਾਂਪੁਰਸ਼ਾਂ ਦੀ ਬਾਣੀ ਨੂੰ, ਉਹਨਾਂ ਨੇ ਵੀ ਸਫਰਨਾਮੇ ਦੇ ਵਿੱਚ ਇਹ ਗੱਲ ਲਿਖੀ ਹੈ, ਔਰੰਗਜ਼ੇਬ ਮੇਰਾ ਇਹਨਾਂ ਲੋਕਾਂ ਦੇ ਨਾਲ ਕੋਈ ਵਿਰੋਧ ਨਹੀਂ ਸੀ, ਕਿਉਂਕਿ ਇਹ ਪੱਥਰ ਪੂਜਕ ਹਨ ਤੇ ਮੈਂ ਪੱਥਰ ਪੂਜਾ ਦਾ ਖੰਡਨ ਕਰਨ ਵਾਲਾ ਹਾਂ। ਗੁਰੂ ਪਾਤਸ਼ਾਹ ਦੇ ਪਾਵਨ ਬਚਨ, ਮਨੁ ਕੁਛ ਤਾਮੁ ਕੋਈਆਂ ਬੁੱਤ ਪ੍ਰਸਤ, ਕਿਆ ਬੁੱਤ ਪ੍ਰਸਤ ਨੇ ਮਨ ਬੁੱਤ ਸ਼ਿਕਨ,
ਇਹ ਬੁੱਤਾਂ ਨੂੰ ਪੂਜਣ ਵਾਲੇ ਹਨ। ਸੋ ਅਸੀਂ ਇਸ ਨਿਰਣੇ ਤੇ ਪਹੁੰਚਦੇ ਹਾਂ ਕਿ ਗੁਰਬਾਣੀ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਬਾਣੀ ਵਿੱਚ ਪਰਮਾ ਖੰਡਨ ਕੀਤਾ ਗਿਆ ਪੱਥਰ ਪੂਜਾ ਦਾ। ਜੋ ਪਾਥਰ ਕੋ ਕਹਤੇ ਦੇਵ ਤਾਂ ਕਿ ਬਿਰਥਾ ਹੋਵੇ ਸੇਵ, ਜੋ ਪਾਥਰ ਕੀ ਪਾਈ ਪਾਏ ਤਿਸ की काल जाई जाए, ठाकुर हमरा सद बोलंता सर्व जियां को प्रभ दान देता, अंतर दियो न जाने अंध, भ्रम का मोया पावे फंद, ना पाथर बोले ना किस दे, फोकट कर्म निफल है से। सो गुरु पातशाह की पावन बाणी विच जे पत्थर पूजक होंदे भगत धन्ना जी तां कदे भी उन्हां दी बाणी दर्जे ही नहीं हो सकदी सी। ਅਤੇ ਭਗਤ ਧੰਨਾ ਜੀ ਦੀ ਪੌੜੀ ਦਾ ਜਿਹੜਾ ਭੁਲੇਖਾ ਖਾ ਕੇ ਸਾਡੇ ਵੀਰ ਇਹ ਅਰਥ ਕਰ ਲੈਂਦੇ ਨੇ ਕਿ ਭਾਈ ਗੁਰਦਾਸ ਜੀ ਨੇ ਇਸ ਦੀ ਪ੍ਰੋੜਤਾ ਕੀਤੀ ਹੈ। ਇਹਦੇ ਬਾਰੇ ਪੰਥ ਨੂੰ ਵਿਸ਼ਾਲ ਪੱਧਰ ਤੇ ਪੜਚੋਲਣ ਦੀ ਲੋੜ ਹੈ। ਪਰ ਜੇ ਭਾਈ ਗੁਰਦਾਸ ਜੀ ਦੀ ਇੱਕ ਹੋਰ ਪੌੜੀ ਦਾ ਨਿਰਣਾ ਕਰੀਏ ਜਿਹੜੀ ਕਿ 35ਵੀਂ ਵਾਰ ਦੀ 9ਵੀਂ ਪੌੜੀ ਵਿੱਚ ਦਿੱਤੀ ਗਈ ਹੈ, ਤਾਂ ਉੱਥੇ ਪਤਾ ਲੱਗਦਾ ਭਗਤ ਜੀ ਨੇ ਗੱਲ ਤਾਂ ਆਖੀ ਪਰ ਉਹ ਸੰਕੇਤਕ ਸ਼ਬਦਾਵਲੀ ਵਿੱਚ। ਉਹ ਬੜੀ ਮਸ਼ਹੂਰ ਪੌੜੀ ਆਮ ਅਸੀਂ ਬੋਲਦੇ ਹਾਂ ਕਿਰਤਨ ਦੀ ਪਰਿਭਾਸ਼ਾ ਵਿੱਚ, ਜਿਸ 'ਚ ਬਾਬਾ ਜੀ ਕਹਿੰਦੇ ਨੇ, ਭਾਈ ਗੁਰਦਾਸ ਜੀ ਕਹਿੰਦੇ ਨੇ, ਮੱਧ ਵਿੱਚ ਰਿੱਧਾ ਪਾਏ ਕੇ ਕੁੱਤੇ ਦਾ ਮਾਸ, ਧਰਿਆ ਮਾਨਸ ਖੋਪਰੀ ਤਿਸ ਮੰਦੀ ਵਾਸ਼, ਰਤੂ ਭਰਿਆ ਕੱਪੜਾ ਕਰ ਕੱਜਣ ਤਾਸ, ਢੱਕ ਲੈ ਚੱਲੀ ਚੂੜੀ ਕਰ ਭੋਗ ਵਿਲਾਸ, ਆਖ ਸੁਣਾਏ ਪੁੱਛਿਆ ਲਾਹੇ ਵਿਸ਼ਵਾਸ, ਨਦਰ ਪਵੇ ਅਕਿਰਤ ਕਣ ਮਤ ਹੋਏ ਵਿਨਾਸ਼। ਹੁਣ ਇਸ ਪੌੜੀ ਦੇ ਵਿੱਚ ਕੁੱਤੇ ਦਾ ਮਾਸ ਤੇ ਉਹ ਵੀ ਸ਼ਰਾਬ ਵਿੱਚ ਪਾ ਕੇ, ਫਿਰ ਧਰਨਾ ਵੀ ਬੰਦੇ ਦੀ ਖੋਪਰੀ ਦੇ ਵਿੱਚ, ਫਿਰ ਲਾਲ ਕੱਪੜਾ ਨਾਲ ਢੱਕਣਾ, ਅਤੇ ਚੂੜੀ ਸ਼ਬਦ ਜਿਹੜਾ ਜਾਤ ਪਾਤ ਨੂੰ ਸਿੱਖ ਧਰਮ ਵਿੱਚ ਮੰਨਿਆ ਨਹੀਂ ਗਿਆ। ਗੁਰਬਾਣੀ ਦੇ ਵਿੱਚ ਖਸਮ ਦੇ ਸਾਰੇ ਤੇ ਕਮਜਾਤ, ਨਾਨਕ ਨਾਵੇਂ ਬਾਜ ਸਨਾਤ। ਨੀਚ ਕਰਮਾਂ ਵਾਲਿਆਂ ਨੂੰ ਨੀਚ ਕਰਮ ਕਰਕੇ ਛੋਟੀ ਜਾਤ ਵਾਲੇ ਕਿਹਾ ਸੱਚੇ ਪਾਤਸ਼ਾਹ ਨੇ। ਇਸ ਲਈ ਇਹ ਸਾਰੀ ਸ਼ਬਦਾਵਲੀ ਸਾਨੂੰ ਗੁਰਬਾਣੀ ਤੋਂ ਲੈਣੀ ਪੈਣੀ। ਹੁਣ ਮੱਧਵੇਂ ਨੇ ਸ਼ਰਾਬ, ਮੱਧ ਕਿਹੜੀ ਹੈ? ਗੁਰਬਾਣੀ ਵਿੱਚ ਕੇਵਲ ਇਸ ਸ਼ਰਾਬ ਦੀ ਗੱਲ ਨਹੀਂ ਕੀਤੀ, ਬਲਕਿ ਗੁਰੂ ਤੇਗ ਬਹਾਦਰ ਜੀ ਦੇ ਸ਼ਬਦ ਕਾਮ ਕ੍ਰੋਧ ਪ੍ਰਭ ਤੱਕ ਹੈ ਮੱਧਵੇਂ, ਐਨਸ ਰਹੇ ਦੀਵਾਨਾ। ਫਿਰ ਕੁੱਤੇ ਦਾ ਮਾਸ ਕੀ ਹੈ? ਕੁੱਤਾ ਜਿਹੜਾ ਲੋਭ ਦਾ ਸੂਚਕ ਹੈ। ਧਰਿਆ ਮਾਨਸ ਖੋਪਰੀ, ਮਨੁੱਖ ਦੀ ਖੋਪਰੀ ਵਿੱਚ ਦਿਮਾਗ ਹੁੰਦਾ ਹੈ। ਦਿਮਾਗ ਦੇ ਵਿੱਚ ਜਿਹੜੀਆਂ ਨੀਚ ਸੋਚਾਂ ਨੇ, ਲੋਭੀ ਸੁਭਾਅ ਜਾਂ ਲੋਭ ਦੀ ਸੋਚ, ਇਹ ਸਭ ਮਾਨੋ ਕੁੱਤੇ ਦਾ ਮਾਸ ਹੈ। ਕਿਉਂਕਿ ਲਵ ਕੁੱਤਾ, ਕੂੜ ਚੂੜਾ, ਠੱਖਾ ਦਾ ਮੁਰਦਾਰ, ਇਹ ਸਾਰੀ ਜਦੋਂ ਪੌੜੀ ਤੇ ਅਸੀਂ ਸੰਕੇਤ ਸ਼ਬਦਾਵਲੀ ਗੁਰਬਾਣੀ ਵਿੱਚੋਂ ਲੱਭਦੇ ਹਾਂ ਤਾਂ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਬੰਦੇ ਨੂੰ ਰੱਬ ਨੇ ਸੰਪੂਰਨ ਕਰਕੇ ਸੰਸਾਰ 'ਚ ਭੇਜਿਆ, ਉਹਨੂੰ ਦਿਮਾਗ ਦਿੱਤਾ, ਸੋਚ ਸ਼ਕਤੀ ਦਿੱਤੀ, ਔਰ ਉਹਨੂੰ ਇੱਕ ਸੰਪੂਰਨ ਮਨੁੱਖ ਵਾਲੀ ਜੀਵਨ ਜੁਗਤ, ਜਿਸ ਜੀਵਨ ਜੁਗਤ ਨੇ ਪ੍ਰੀਤਮ ਕੇ ਦੇਸ਼ ਪਜਾਣਾ ਸੀ, ਉਹ ਸਤ ਸੰਤੋਖ ਦਇਆ ਧਰਮ ਦੇ ਗੁਣਾਂ ਦਾ ਧਾਰਨੀ ਬਣਾਇਆ ਸੀ। ਪਰ ਬੰਦਾ ਹੰਕਾਰ ਵਿੱਚ ਆ ਕੇ ਮੱਧਵੇਂ ਨੇ ਨਸ਼ਾ ਜਿਹੜਾ ਹੈ ਉਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿ ਦੁਨਿਆਵੀ ਨਸ਼ੇ ਅਤੇ ਆਪਣੀ ਪ੍ਰਭਤਾ ਦਾ ਨਸ਼ਾ, ਇਹਨਾਂ ਨਸ਼ਿਆਂ ਵਿੱਚ ਪੈ ਕੇ ਦਿਮਾਗ ਨੂੰ ਖਰਾਬ ਕਰ ਲੈਂਦਾ ਹੈ ਤੇ ਆਪਣੀ ਮਨੁੱਖਾ ਖੋਪਰੀ ਦੇ ਵਿੱਚ, ਭਾਵ ਦਿਮਾਗ ਦੇ ਵਿੱਚ, ਕੁੱਤੇ ਦਾ ਮਾਸ ਲੋਭੀ ਸੁਭਾਅ ਨੂੰ ਧਾਰਨ ਕਰਕੇ ਉਹ ਕੁਰਾਹੇ ਪੈ ਜਾਂਦਾ ਹੈ। ਰਤੂ ਭਰਿਆ ਕੱਪੜਾ ਜਿਹੜਾ ਹੈ ਉਹ ਚਮੜੀ ਦੇ ਨਾਲ ਸਰੀਰ ਸਾਰਿਆਂ ਦਾ ਇੱਕੋ ਜਿਹਾ ਬਣਾਇਆ, ਇਸ਼ਾਰਾ ਜਿਹੜਾ ਹੈ ਖੂਨ ਨਾਲ ਭਰਿਆ ਹੋਇਆ ਕੱਪੜਾ, ਭਾਵ ਸਾਰਿਆਂ ਦੀ ਚਮੜੀ ਇੱਕੋ ਜਿਹੀ ਹੈ, ਉਹਦੇ ਨਾਲ ਢੱਕਿਆ ਹੋਇਆ। ਤੇ ਮਾੜੀ ਬਿਰਤੀ ਜਿਹੜੀ ਹੈ, ਜਿਵੇਂ ਗੁਰੂ ਨਾਨਕ ਪਾਤਸ਼ਾਹ ਨੇ ਹਰਿਦੁਆਰ ਦੇ ਵਿੱਚ ਉਸ ਪੰਡਿਤ ਨੂੰ, ਵੈਸ਼ਨੋ ਸਾਧ ਨੂੰ ਸਮਝਾਇਆ ਸੀ ਕਿ ਤੇਰੇ ਅੰਦਰ ਇਹ ਚਾਰੇ ਔਗਣ ਬੈਠੇ ਹੋਏ ਨੇ ਤੇ ਬਾਕੀਆਂ ਤੋਂ ਕਾਰਾਂ ਕੱਢਣ ਦਾ ਤੈਨੂੰ ਫਾਇਦਾ ਕੀ ਹੈ। ਇਸ ਲਈ ਇਹ ਇਸ਼ਾਰਾ ਉਧਰ ਨੂੰ ਕਰਦਾ ਹੈ। ਤੇ ਆਪ ਸੁਣਾਏ ਪੁੱਛਿਆ ਮਤ, ਇਹ ਕੁਛ ਤੋਂ ਮਿੱਟੀ ਵੀ ਮੇਰੇ ਕੋਲ, ਨਜ਼ਰ ਪਵੇ ਅਕਿਰਤ ਕਣ। ਜਦੋਂ ਰੱਬ ਦੀਆਂ ਦਿੱਤੀਆਂ ਦਾਤਾਂ ਨੂੰ ਭੁਲਾ ਕੇ ਬੰਦਾ ਅਕਿਰਤ ਕਣ ਬਣ ਜਾਂਦਾ ਹੈ ਤੇ ਉਹਦਾ ਜਿਹੜਾ ਹੈ ਅਕਿਰਤ ਕਣ ਹੋਣ ਕਰਕੇ ਹੀ ਉਹਦਾ ਕੋਈ ਵਿਸ਼ਵਾਸ ਨਹੀਂ ਕਰਦਾ। ਸੋ ਇਹ ਸੰਕੇਤਕ ਸ਼ਬਦਾਵਲੀ, ਕਿਉਂਕਿ ਇੱਕ ਵਾਰੀ ਮੈਂ ਭਾਈ ਕਾਨ ਸਿੰਘ ਜੀ ਦਾ ਨਾਭਾ ਜੀ ਦਾ ਪੜ੍ਹਦਾ ਸੀ, ਉਹਨਾਂ ਦੇ ਇਹ ਅਰਥ ਪੜ੍ਹਨ ਵਾਸਤੇ ਮੈਂ ਸਾਰੇ ਸ਼ਬਦ ਲਏ ਤਾਂ ਗੁਸਾਈ ਦਾ ਅਰਥ ਉਹਨਾਂ ਨੇ ਕਿਹਾ ਸੀ ਵਿਦਵਾਨ ਪੰਡਤਾਂ ਦੀ ਸੰਗਤ ਵਿੱਚ ਪ੍ਰਾਪਤ ਕਰਕੇ ਗਿਆਨ, ਤੇ ਉਸ ਗਿਆਨ ਦੁਆਰਾ ਪ੍ਰਾਪਤ ਕੀਤਾ ਹੋਇਆ ਸ਼ਬਦ ਜਿਹੜਾ ਉਹ ਗੁਸਾਈ ਹੈ, ਭਾਈ ਕਾਨ ਸਿੰਘ ਜੀ ਨਾਭਾ ਨੇ। ਇਸ ਲਈ ਬਾਕੀ ਅਰਥ ਵੀ ਮੈਂ ਲੱਭੇ ਨੇ ਬਹੁਤ ਸਾਰੇ। ਜੇ ਉਸ ਪੌੜੀ ਦੇ ਉਸ ਢੰਗ ਨਾਲ ਅਰਥ ਕਰੀਏ ਤਾਂ ਅਸੀਂ ਨੇੜੇ ਤੇੜੇ ਪਹੁੰਚ ਜਾਂਦੇ ਹਾਂ। ਜੋ ਭਗਤ ਧੰਨਾ ਜੀ ਨੇ ਆਪ ਕਿਹਾ ਕਿ ਮੈਂ ਸੰਗਤਾਂ ਦੀ ਸੰਗਤ ਵਿੱਚੋਂ, ਭਲੇ ਪੁਰਸ਼ਾਂ ਦੀ ਸੰਗਤ ਵਿੱਚੋਂ ਰੱਬ ਦੀ ਪ੍ਰਾਪਤ ਕੀਤੀ,
ਜੋ ਗੁਰੂ ਅਰਜਨ ਦੇਵ ਜੀ ਨੇ ਕਿਹਾ ਕਿ ਉਹ ਤਾਂ ਭਗਤਾਂ ਦੀ ਵਿਧੀ ਅਪਣਾ ਕੇ ਭਗਤਾਂ ਦੀ ਦੱਸੀ ਹੋਈ ਜੀਵਨ ਜੁਗਤ ਉਹਦੇ ਮੁਤਾਬਕ ਚੱਲ ਕੇ ਰੱਬ ਨੂੰ ਪ੍ਰਾਪਤ ਕੀਤਾ। ਪੱਥਰ ਪੂਜਾ ਦਾ ਉੱਤੇ ਬਿਲਕੁਲ ਖੰਡਨ ਕੀਤਾ ਗਿਆ ਹੈ। ਇਸ ਲਈ ਸਿੱਖ ਨੇ ਕਦੇ ਵੀ ਐਦਾਂ ਦੀਆਂ ਗੱਲਾਂ ਤੇ ਵਿਸ਼ਵਾਸ ਨਹੀਂ ਕਰਨਾ ਕਿ ਸ਼ਾਇਦ ਭਗਤ ਧੰਨਾ ਜੀ ਐਨੀ ਮੋਟੀ ਬੁੱਧੀ ਦੇ ਸਨ, ਉਹ ਪੱਥਰ ਮਗਰੇ ਪੈ ਗਏ, ਪੱਥਰ ਦੀ ਪੂਜਾ ਕਰਕੇ ਫਿਰ ਕਹਾਣੀਆਂ ਘੜ ਦਿੱਤੀਆਂ, ਫਿਰ ਰੱਬ ਆ ਕੇ ਉਹਦੀ ਗਾਦੀ ਤੇ ਬਹਿ ਜਾਂਦਾ ਸੀ, ਉਹਦੇ ਹਲ ਵੀ ਚਲਾਉਂਦਾ ਸੀ, ਉਹਦੇ ਹਲਟ ਵੀ ਚਲਾਉਂਦਾ ਸੀ। ਇਹ ਸਭ ਕੁਝ ਸਾਡੇ ਵਿਰੋਧੀਆਂ ਵੱਲੋਂ ਸਾਡੇ ਇਤਿਹਾਸ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਲਈ ਸਿੱਖ ਨੇ ਪੱਥਰ ਪੂਜਾ ਵਿੱਚ ਵਿਸ਼ਵਾਸ ਨਹੀਂ ਰੱਖਣਾ, ਮੂਰਤੀ ਪੂਜਾ ਵਿੱਚ ਵਿਸ਼ਵਾਸ ਨਹੀਂ ਰੱਖਣਾ। ਜੋ ਗੁਰੂ ਪਾਤਸ਼ਾਹ ਨੇ ਸਾਨੂੰ ਜੀਵਨ ਜੁਗਤ ਦੱਸੀ ਹੈ, ਉਹ ਪ੍ਰਮਾਤਮਾ ਦੇ ਨਾਮ ਵਿੱਚੋਂ ਹੀ ਗੁਰੂ ਦੱਸੀ ਜੀਵਨ ਜੁਗਤ ਅਨੁਸਾਰ ਚੱਲ ਕੇ ਪ੍ਰਮਾਤਮਾ ਦੀ ਪ੍ਰਾਪਤੀ ਹੋ ਸਕਦੀ ਹੈ। ਪਹਿਲੀ ਗੱਲ ਠੀਕ ਹੈ, ਦਾਤੇ ਬਣ ਕੇ ਨਹੀਂ ਜਾਣਾ, ਉੱਥੇ ਮੰਗਤੇ ਬਣ ਕੇ ਹੀ ਜਾਣਾ ਹੈ। ਤੇ ਦੂਜੇ ਨੰਬਰ ਤੇ ਵਿਸ਼ਵਾਸ, ਅੰਧ ਵਿਸ਼ਵਾਸ ਨਹੀਂ ਰੱਖਣਾ, ਗੁਰੂ ਤੇ ਵਿਸ਼ਵਾਸ ਰੱਖ ਕੇ ਗੁਰੂ ਦੱਸੀ ਜੀਵਨ ਜੁਗਤ ਨੂੰ ਅਪਣਾਉਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਸੁੰਦਰ ਔਰ ਡਿਟੇਲ ਵਿੱਚ ਵੀਰ ਜੀ ਨੇ ਦੱਸਿਆ, ਖਾਸ ਕਰਕੇ ਜਿਹੜੀ ਉਹ ਭਾਈ ਗੁਰਦਾਸ ਜੀ ਦੀ 35ਵੀਂ ਵਾਰ ਦੀ 9ਵੀਂ ਪੌੜੀ ਦੀ ਗੱਲ ਕੀਤੀ ਹੈ, ਉਹ ਬਿਲਕੁਲ ਨਵਾਂ ਸਾਡੇ ਗਿਆਨ 'ਚ ਵਾਧਾ ਹੋਇਆ ਘੱਟੋ ਘੱਟ ਮੇਰੇ ਤੋਂ। ਧੰਨਵਾਦ ਹੈ। ਸਾਧ ਸੰਗਤ ਜੀ, ਗੱਲ ਇਹ ਹੈ ਕਿ ਸਾਡੇ ਕੁਝ ਪ੍ਰਚਾਰਕਾਂ 'ਚ ਰਿਵਾਜ ਹੈ ਕਿ ਉਹ ਸਾਖੀਆਂ ਦੀ ਟੇਕ ਜ਼ਿਆਦਾ ਲੈਂਦੇ ਨੇ। ਹਾਲਾਂਕਿ ਸਾਖੀ ਸੁਣਾਉਣੀ ਗਲਤ ਗੱਲ ਨਹੀਂ ਹੈ, ਪਰ ਜੇ ਆਪਾਂ ਇੱਕ ਸ਼ਬਦ ਦੀ ਵਿਚਾਰ ਕਰ ਰਹੇ ਹਾਂ ਤੇ ਉਹਦੇ ਤੇ ਭਾਰੂ ਨਹੀਂ ਹੋਣੀ ਚਾਹੀਦੀ ਕਿ ਸਾਖੀਆਂ ਸੁਣਾਈ ਜਾਈਏ। ਉਹ ਵਿੱਚ ਕਿਤੇ ਰੈਫਰੈਂਸ ਵੀ ਜ਼ਰੂਰੀ ਹੋ ਜਾਏ ਤਾਂ, ਅਦਰਵਾਈਜ਼ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿਹੜਾ ਦਰਸ਼ਨ ਹੈ, ਫਿਲਾਸਫੀ ਹੈ, ਉਹਨੂੰ ਐਕਸਪਲੇਨ ਕਰਨਾ ਚਾਹੀਦਾ। ਪਰ ਰਿਵਾਜ ਬਹੁਤ ਪੈ ਗਿਆ ਸਾਖੀਆਂ ਸੁਣਾਉਣ ਦਾ। ਈਵਨ ਸਾਡੇ ਸਤਿਕਾਰਯੋਗ ਜਿਹੜੇ ਕੀਰਤਨੀ ਸਿੰਘ ਨੇ, ਉਹ ਕੀਰਤਨ ਵਿੱਚ ਵੀ ਕਾਫੀ ਸਮਾਂ ਕਈ ਵਾਰੀ ਐਕਸਪਲੇਨੇਸ਼ਨ 'ਚ ਲੈ ਜਾਂਦੇ, ਜਦ ਕਿ ਇੱਕ ਕਥਾਕਾਰ ਦੀ ਡਿਊਟੀ ਹੈ ਗੁਰਬਾਣੀ ਦੇ ਸ਼ਬਦ ਨੂੰ ਐਕਸਪਲੇਨ ਕਰਨਾ ਤੇ ਕੀਰਤਨੀ ਸਿੰਘ ਉਹਨੂੰ ਕੀਰਤਨ ਕਰ। ਪਰ ਇਹ ਚੀਜ਼ ਜਿਹੜੀ ਹੈ ਕਾਫੀ ਇੱਕ ਦੂਜੇ 'ਚ ਰਲਗੱਡ ਹੋ ਗਈ ਹੈ। ਮਤਲਬ ਮੈਂ ਫਿਰ ਇਹ ਕਹਿ ਦਿਆਂ ਕਿ ਕੋਈ ਹਰਜ ਨਹੀਂ ਹੈ ਜੇ ਕੋਈ ਐਕਸਪਲੇਨੇਸ਼ਨ ਦੇਣ ਕਿ ਕੀਰਤਨੀ ਸਿੰਘ ਵੀ, ਪਰ ਇੰਨੀ ਜ਼ਿਆਦਾ ਨਹੀਂ, ਇੰਨੀਆਂ ਜ਼ਿਆਦਾ ਜਿਹੜੀਆਂ ਸਾਖੀਆਂ ਨੇ ਉਹ ਸੁਣਾਈਆਂ ਜਾਂਦੀਆਂ ਨੇ ਤੇ ਉਹਦੇ ਬਾਰੇ ਕੁਝ ਦੇਖਣਾ ਚਾਹੀਦਾ। ਕੁਝ ਚੀਜ਼ਾਂ ਐਸੀਆਂ ਪ੍ਰਚਲਿਤ ਹੋ ਜਾਂਦੀਆਂ ਨੇ, ਜਿਵੇਂ ਭਗਤ ਧੰਨਾ ਜੀ ਦੀ ਗੱਲ ਕੀਤੀ ਹੈ। ਇਸੇ ਕਰਕੇ ਮੈਂ ਪ੍ਰਿੰਸੀਪਲ ਸਾਹਿਬ ਨੂੰ ਬੇਨਤੀ ਵੀ ਕੀਤੀ ਸੀ ਵੀ ਇਹਦੇ ਬਾਰੇ ਜ਼ਰੂਰ ਦੱਸੋ, ਕਿਉਂਕਿ ਇੰਨੀ ਜ਼ਿਆਦਾ ਪ੍ਰਚਲਿਤ ਹੈ ਵੀ ਸਾਡੇ ਬਹੁਤ ਗਿਣਤੀ ਸਾਡੇ ਜਿਹੜੇ ਸਿੱਖ ਪ੍ਰਚਾਰਕ ਨੇ ਉਹ ਇਹਨੂੰ ਬਕਾਇਦਾ ਇਸੇ ਨੂੰ ਪ੍ਰਚਾਰਦੇ ਨੇ ਕਿ ਭਗਤ ਧੰਨਾ ਜੀ ਨੇ ਪੱਥਰ ਵਿੱਚੋਂ ਰੱਬ ਲਿਆ, ਜਦ ਕਿ ਗੁਰਬਾਣੀ ਕੀ ਕਹਿੰਦੀ ਹੈ, ਟੇਕ ਸਾਨੂੰ ਗੁਰਬਾਣੀ ਤੇ ਚਾਹੀਦੀ ਹੈ, ਨਾ ਕਿ ਸੁਣੀ ਸੁਣਾਈ ਗੱਲ ਤੇ। ਧੰਨਵਾਦ ਜੀ।